जी। हम अवगुण भरे एक गुण नाही, अमृत छाड़ बिखै बिख खाही। माया मोह भरम भय भूले, सुत दारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास पाठ कीरत की, गुरु रामदास राखो शरणाई। एक अरदास पाठ कीरत की, गुरु रामदास राखो शरणाई। हाजरा हजूर जहरा जहूर सर्ब कला भरपूर। सांझी वारता दे प्रतीक गुरु गरीब नवाज चवर छतर तख्त दी मालक, दसां पातशाहियां दी जागदी जोत, धन धन साहिब श्री गुरु ग्रंथ साहिब महाराज पातशाह जी दी पावन पवित्र मुबारक हजूरी अंदर हाजरियां लवा रही परम सत्कारयोग साध संगत जीओ वडभागे हो। हफ्तावारी विशेष दीवाना अंदर हाजरियां लवा के मनुखा जीवन नूं सफला कर रहे हो। दास तो पहला सत्कारयोग भाई साहब पासों रब्बी बाणी का कीर्तन बड़े प्यार नाल आप सबना ने श्रवण किया। आओ समा है गुरमत विचारां दा। विचारां आरंभ करन तो पहला आप सरबत माई भाई असीस बख्शो, बुलाओ फतेह। वाहिगुरु जी का खालसा, वाहिगुरु जी की फतेह। धन गुरु गुरु ग्रंथ साहिब महाराज पातशाह जी रब्बी ज्ञान का खजाना है। इस रब्बी ज्ञान के खजाने नूं जिन्हें भी अपने जीवन विच कमाया है, उनका जीवन सब रब्बी बाणी का आप जी शब्द श्रवण कर रहे सो। केवल दो पंक्तियां उस शब्द विचों आपां विचार करनियां हन। सतगुरु सच्चे पातशाह जी गुरु नानक देव गुरु गरीब नवाज बचन करते ने, जिन को तख्त मिलै वडियाई, गुरमुख से प्रधान किए, पारस भेट भय से पारस, नानक हर गुर संग थिए। ये दो पावन पंक्तियां अंदर बड़ी वड्डी गल गुरु पातशाह जी ने बयां कर दी है। महाराज कृपा करते ने, जिनको तख्त मिलै वडियाई, जिन्हां नूं इस तों प्रधान श्रेष्ठ हैं, जिन्हां दे हिरदे रूपी तख्त उत्ते गुरु आके बैठ गया। और एक मामूली गल नहीं, जिस हिरदे विच गुरु का निवास है फिर वो हिरदा ही गुरुद्वारा बन जाता है। क्योंकि जिस जगह ते गुरु है, गुरु का प्रकाश है, गुरु का ज्ञान है, गुरु का चानण है, जिस थां ते गुरु बैठा है उसनूं गुरुदेव पातशाह जी ने आख्या है रब्बी बाणी अंदर, जिथे जाए बहे मेरा सतगुरु, सो थान सुहावा राम राजे। वो तो बड़ा ही मुबारक पवित्र थां है जिथे मेरा गुरु बैठ जाता है। सा धरती पई हरियावली,
ਉਹ ਧਰਤੀ ਹਰੀ ਤੇ ਭਰੀ ਭਾਗਾਂ ਵਾਲੀ ਹੋ ਜਾਂਦੀ ਏ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਜਿਸ ਜਗ੍ਹਾ ਤੇ ਮੇਰੇ ਸਤਿਗੁਰ ਨੇ ਆ ਕੇ ਆਪਣਾ ਨਿਵਾਸ ਕਰ ਲਿਆ ਉਹ ਧਰਤੀ ਭਾਗਾਂ ਵਾਲੀ ਹੈ, ਉਹ ਹਿਰਦਾ ਭਾਗਾਂ ਵਾਲਾ ਹੈ, ਉਹ ਸਰੀਰ ਭਾਗਾਂ ਵਾਲਾ ਹੈ, ਉਹ ਜੀਵਨ ਵੀ ਭਾਗਾਂ ਵਾਲਾ ਹੈ ਜਿਸ ਜੀਵਨ ਅੰਦਰ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਟਿਕ ਗਿਆ। ਕਿ ਗੁਰੂ ਦੀ ਪਦਵੀ ਬੜੀ ਉੱਚੀ ਹੈ, ਬੜੀ ਮਹਾਨ ਹੈ, ਤੇ ਅਗਰ ਸਿੱਖ ਦੇ ਹਿਰਦੇ ਵਿੱਚ ਗੁਰੂ ਆ ਕੇ ਬੈਠ ਜਾਵੇ ਤੇ ਉਹ ਸਿੱਖ ਦਾ ਜੀਵਨ ਕਿੰਨਾ ਉੱਚਾ ਹੋ ਜਾਵੇਗਾ, ਕਿੰਨਾ ਮਹਾਨ ਹੋ ਜਾਵੇਗਾ, ਕਿੰਨਾ ਪਵਿੱਤਰ ਹੋ ਜਾਵੇਗਾ ਜੀਵਨ। ਆਪਾਂ ਸਾਰੇ ਬਾਣੀ ਪੜ੍ਹਦੇ ਹਾਂ, ਭਾਵਾਂ ਕਿ ਮੈਂ ਸਾਰੇ ਸ਼ਬਦ ਵਰਤ ਲਿਆ, ਪਰ ਸਾਰੇ ਪੜ੍ਹਦੇ ਨਹੀਂ, ਪੜ੍ਹਦੇ ਵਿਰਲੇ ਹੀ ਆ। ਪਰ ਮੁਬਾਰਕ ਹੈ ਤੇਰਾ ਬਾਣੀ ਪੜ੍ਹਨਾ ਵੀ, ਬਾਣੀ ਸੁਣਨਾ ਵੀ, ਬਾਣੀ ਵਿਚਾਰਨਾ ਵੀ, ਸਤਸੰਗ ਕਰਨਾ ਵੀ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੱਤ ਦੀ ਗੱਲ ਸਮਝਾਈ ਹੈ ਕਿ ਤੂੰ ਬਾਣੀ ਪੜ੍ਹਦੇ ਆ, ਬਾਣੀ ਨੂੰ ਵਿਚਾਰਦੇ ਆ, ਬਾਣੀ ਨੂੰ ਸਮਝਦਿਆਂ ਹੋਇਆਂ ਜਦੋਂ ਜੀਵਨ ਬਤੀਤ ਕਰੇਗਾ ਤਾਂ ਸਮਝ ਲਈ ਤੇਰੇ ਜੀਵਨ ਦੇ ਵਿੱਚ ਇੱਕ ਵੱਖਰੀ ਘਟਨਾ ਘਟੇਗੀ। ਤੁਸੀਂ ਕਦੀ ਵੇਖੋ ਇੱਕ ਉਹ ਮਨੁੱਖ ਜਿਹੜਾ ਬਾਣੀ ਤੋਂ ਦੂਰ ਹੈ, ਗੁਰੂ ਤੋਂ ਦੂਰ ਹੈ, ਉਹਦਾ ਜੀਵਨ ਵੇਖਿਓ ਕਦੀ, ਤੇ ਇੱਕ ਉਹ ਮਨੁੱਖ ਵੇਖਿਓ ਜਿਹੜਾ ਗੁਰੂ ਦੇ ਬੜਾ ਹੀ ਨੇੜੇ ਹੈ, ਜਿਹੜਾ ਗੁਰੂ ਦੇ ਬਿਲਕੁਲ ਕੋਲ ਹੈ। ਕੋਲ ਹੋਣ ਦਾ ਮਤਲਬ ਇਹ ਨਹੀਂ ਵੀ ਗੁਰੂ ਦੀ ਤਾਬਿਆ ਬੈਠਾ ਹੋਵੇ ਜਾਂ ਮੇਰੇ ਵਾਂਗੂ ਚੌਰ ਸਾਹਿਬ ਕਰਦਾ ਹੋਵੇ ਜਾਂ ਗੁਰੂ ਦੀ ਪ੍ਰਕਾਸ਼ ਕਰਦਾ ਹੋਵੇ। ਇਹਦਾ ਮਤਲਬ ਇਹ ਨਹੀਂ ਵੀ ਗੁਰੂ ਦੇ ਕੋਲ ਹੋਣਾ। ਗੁਰੂ ਦੇ ਕੋਲ ਹੋਣ ਦਾ ਭਾਵ ਹੈ ਗੁਰੂ ਦੀ ਮੱਤ ਜਿਹਨੇ ਆਪਣੇ ਜੀਵਨ ਵਿੱਚ ਅਪਣਾਈ। ਜਿਹੜਾ ਇਹ ਆਖਦਾ ਵੀ ਗੁਰ ਮੇਰਾ ਸੰਗ ਸਦਾ ਹੈ ਨਾਲ ਦੇ, ਜਿੰਦੇ ਅੰਗ ਸੰਗ ਸਦਾ ਹੀ ਗੁਰੂ ਹੈ, ਉਹ ਗੁਰੂ ਦੀ ਮੱਤ ਲੈ ਕੇ ਜੀਵਨ ਦੇ ਹਰ ਇੱਕ ਕਾਰਜ ਨੂੰ ਕਰਦਾ ਹੈ। ਉਹਦਾ ਬੋਲਣਾ, ਉਹਦਾ ਖਾਣਾ, ਉਹਦਾ ਪਹਿਨਣਾ, ਉਹਦਾ ਸੋਚਣਾ, ਉਹਦਾ ਵਿਚਾਰਨਾ, ਉਹਦਾ ਕੰਮ ਕਰਨਾ, ਉਹਦਾ ਤੁਰਨਾ ਫਿਰਨਾ, ਹਰ ਇੱਕ ਚੀਜ਼ ਗੁਰੂ ਦੇ ਅਨੁਸਾਰ ਹੋਵੇ, ਉਹ ਇਹ ਬਚਨ ਕਹਿ ਸਕਦਾ ਗੁਰ ਮੇਰੇ ਸੰਗ ਸਦਾ ਹੈ ਨਾਲ। ਉਹ ਨਹੀਂ ਕਹਿ ਸਕਦਾ ਵੀ ਕਰਦਾ ਤੇ ਹੋਵੇ ਆਪਣੀ ਮਨਮਾਨੀ ਤੇ ਨਾਲ ਗਾਈ ਵੀ ਜਾਵੇ ਉੱਚੀ ਉੱਚੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਫਿਰ ਬੰਦਾ ਸਮਝੋ ਚਲਾ ਕੇ, ਚਲਾਕੀਆਂ ਗੁਰੂ ਦਰ ਤੇ ਪ੍ਰਵਾਨ ਨਹੀਂ। ਸਿੱਖ ਇਤਿਹਾਸ ਦੇ ਵਿੱਚ ਐਸੇ ਮਹਾਨ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਪਹਿਲਾਂ ਜੀਵਨ ਗੁਰੂ ਤੋਂ ਕੁਛ ਹੋਰ ਸੀ, ਪਰ ਜਦੋਂ ਗੁਰੂ ਚਰਨਾਂ ਨਾਲ ਜੁੜੇ ਜਾਂ ਕਹਿ ਲਓ ਗੁਰੂ ਜਦੋਂ ਹਿਰਦੇ ਵਿੱਚ ਆ ਕੇ ਟਿਕ ਗਿਆ ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਬਣ ਗਿਆ। ਹੁਸ਼ਿਆਰਪੁਰ ਦੇ ਇਲਾਕੇ ਇੱਕ ਨਿੱਕਾ ਜਿਹਾ ਪਿੰਡ ਹੈ ਕੰਗ ਮਾਈ। ਇੱਥੋਂ ਦੀ ਮੰਝ ਗੋਤ ਦਾ ਇੱਕ ਮਨੁੱਖ ਹੈ ਜਿਹੜਾ ਸਾਰੇ ਨਗਰ ਦਾ ਚੌਧਰੀ ਹੈ। ਉਹਦਾ ਨਾਂ ਅਸਲ ਦੇ ਵਿੱਚ ਭਾਈ ਤੀਰਥਾ। ਇਹ ਭਾਈ ਤੀਰਥਾ ਜਿਹੜਾ ਇੱਕ ਤਾਂ ਨਗਰ ਦਾ ਚੌਧਰੀ ਸੀ, ਪੈਸੇ ਵਾਲਾ ਸੀ, ਘਰ ਵਿੱਚ ਕੋਈ ਕਮੀ ਨਹੀਂ ਸੀ, ਲੋਕਾਂ ਵਿੱਚ ਬੜੀ ਮਾਣ ਵਡਿਆਈ ਸੀ। ਦੂਜਾ ਇਹਦੇ ਵਿੱਚ ਇੱਕ ਹੋਰ ਵਾਧਾ ਸੀ ਵੀ ਇਹ ਇਸਲਾਮ ਮਤ ਦਾ ਬੜਾ ਹੀ ਕੱਟੜ ਪ੍ਰਚਾਰਕ ਸੀ। ਪੰਜਾਬ ਮਾਲਵੇ ਦੇ ਇਲਾਕੇ ਵਿੱਚ ਇੱਕ ਪੀਰਖਾਨਾ ਸੀ ਸਖੀ ਸਰਵਰ ਦਾ। ਡੇਰਾ ਗਾਜੀ ਖਾਂ ਦੇ ਇਲਾਕੇ ਨਗਾਹਾ ਇੱਕ ਥਾਂ ਦਾ ਨਾਂ ਹੈ ਜਿੱਥੇ ਸਖੀ ਸਰਵਰ ਇੱਕ ਪੀਰਖਾਨਾ ਸੀ। ਸਖੀ ਸਰਵਰ ਕੌਣ ਸੀ? ਇਹ 12ਵੀਂ ਸਦੀ ਦੇ ਲਾਗੇ ਤਾਗੇ ਬਗਦਾਦ ਦੀ ਧਰਤੀ ਤੋਂ ਆਉਣ ਵਾਲਾ ਇੱਕ ਮੁਸਲਮਾਨ ਜਿੰਦਾ ਨਾਂ ਸੈਯਦ ਅਹਿਮਦ ਸੀ। ਜਦੋਂ ਉਹ ਹਿੰਦੁਸਤਾਨ ਦੀ ਧਰਤੀ ਤੇ ਆਇਆ, ਉਹਨੂੰ ਇਤਿਹਾਸਕਾਰ ਲਿਖਦੇ ਨੇ ਵੀ ਕੁਰਾਨ ਜ਼ੁਬਾਨੀ ਯਾਦ ਸੀ। ਉਹ ਇਸਲਾਮ ਧਰਮ ਨੂੰ ਮੰਨਣ ਵਾਲਾ ਅਤੇ ਉਸ ਦੇ ਉਪਦੇਸ਼ਾਂ ਨੂੰ ਲੋਕਾਂ ਵਿੱਚ ਫੈਲਾਉਣ ਵਾਲਾ, ਕਹਿ ਲਓ ਵੀ ਪ੍ਰਚਾਰਕ ਸੀ। ਉਹ ਮੁਲਤਾਨ ਦੀ ਧਰਤੀ ਤੇ ਆ ਕੇ ਉਹਨੇ ਟਿਕਾਣਾ ਕੀਤਾ ਬਗਦਾਦ ਤੋਂ।
ਕਈ ਥਾਵਾਂ 'ਤੇ ਵੱਖ-ਵੱਖ ਘੁੰਮਦਾ ਹੋਇਆ ਪੰਜਾਬ ਵਿੱਚ ਵੀ ਆਇਆ। ਪੰਜਾਬ ਵਿੱਚ ਵੀ ਉਹਨੇ ਬੜਾ ਇਸਲਾਮ ਮਤ ਦਾ ਪ੍ਰਚਾਰ ਕੀਤਾ ਤੇ ਲੋਕ ਬੜੇ ਪ੍ਰਭਾਵਿਤ ਹੋਏ ਉਹਦੇ ਪ੍ਰਚਾਰ ਤੋਂ, ਕਿਉਂਕਿ ਉਹ ਕਈ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਦੀ ਗੱਲ ਵੀ ਕਰਦਾ ਸੀ, ਧਾਗੇ ਤਵੀਤਾਂ ਦੀ ਗੱਲ ਵੀ ਕਰਦਾ ਸੀ। ਪਰ ਉਹਦੇ ਵਿੱਚ ਇੱਕ ਹੋਰ ਚੰਗਾ ਗੁਣ ਵੀ ਸੀ, ਉਹ ਇਹ ਸੀ ਵੀ ਜਿਹੜੀ ਚੀਜ਼ ਉਹਦੇ ਕੋਲ ਹੁੰਦੀ ਸੀ ਲੋਕਾਂ ਵਿੱਚ ਵੰਡ ਦਿੰਦਾ ਸੀ, ਕੋਲ ਨਹੀਂ ਸੀ ਰੱਖਦਾ। ਉਹਨੂੰ ਕੋਈ ਚੀਜ਼ ਮਿਲ ਜਾਣੀ, ਉਹਨੇ ਲੋਕਾਂ ਵਿੱਚ ਵੰਡ ਦੇਣੀ। ਸੁਭਾਵਿਕ ਗੱਲ ਹੈ, ਲੋਕਾਂ ਉੱਤੇ ਉਹਦਾ ਇੰਨਾ ਪ੍ਰਭਾਵ ਪਿਆ ਕਿ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸਖੀ ਸਰਵਰ ਦੇ ਅਧੀਨ ਹੋ ਗਏ ਤੇ ਮੁਸਲਮਾਨ ਬਣਨੇ ਸ਼ੁਰੂ ਹੋ ਗਏ। ਪੰਜਾਬ ਦੇ ਵਿੱਚ ਬਹੁਤ ਸਾਰੇ ਇਹਦੇ ਪੀਰਖਾਨੇ ਬਣੇ, ਪਰ ਜਿਹੜਾ ਨਿਗਾਹਾ ਇਲਾਕਾ ਹੈ ਉੱਥੇ ਵੱਡਾ ਪੀਰਖਾਨਾ ਸਖੀ ਸਰਵਰ ਦਾ। ਕਿਉਂ? ਜਿਹੜਾ ਸਖੀ ਸਰਵਰ ਸੀ ਉਹ ਮੁਸਲਮਾਨ ਸੀ, ਉਹਦੀ ਮੌਤ ਉੱਥੇ ਹੋਈ ਸੀ ਤੇ ਉਹਦਾ ਵੱਡਾ ਪੀਰਖਾਨਾ ਉੱਥੇ ਬਣਿਆ ਸੀ ਤੇ ਉਹਦੀ ਘਰਵਾਲੀ ਜਿਹੜੀ ਸੀ ਬਾਈ, ਉਹਦਾ ਵੀ ਉੱਥੇ ਹੀ ਕਬਰ ਹੈ ਤੇ ਲੋਕਾਂ ਵਿੱਚ ਉਹਦੀ ਬੜੀ ਮਾਨਤਾ ਸੀ। ਇਸੇ ਹੀ ਸਖੀ ਸਰਵਰ ਨੂੰ ਮੰਨਣ ਵਾਲਾ ਇਹ ਕੰਗਮਾਈ ਨਗਰ ਦਾ ਭਾਈ ਤੀਰਥਾ, ਜਿਹੜਾ ਨਗਰ ਦਾ ਚੌਧਰੀ ਵੀ ਹੈ ਤੇ ਸਖੀ ਸਰਵਰ ਦਾ ਪੁਜਾਰੀ ਵੀ ਸੀ। ਹਰ ਵੀਰਵਾਰ ਨੂੰ ਉਹਨੇ ਜਾਣਾ ਲੋਕਾਂ ਨੂੰ ਨਾਲ ਲੈ ਕੇ ਤੇ ਜਾ ਕੇ ਉੱਥੇ ਵੀਰਵਾਰ ਨੂੰ ਇੱਕ ਵੱਡਾ ਸਾਰਾ ਰੋਟ ਜਿਹੜਾ ਹੈ ਉਹ ਕਿਵੇਂ ਇੱਕ ਧਰਤੀ ਨੂੰ ਥੱਲੇ ਨਾ ਤਪਾ ਕੇ, ਥੱਲੇ ਚੰਗੀ ਤਰ੍ਹਾਂ ਤਪਾ ਕੇ, ਜਿਵੇਂ ਤੰਦੂਰ ਤਪਾਇਆ ਜਾਂਦਾ, ਧਰਤੀ ਨੂੰ ਤਪਾਇਆ ਜਾਂਦਾ ਸੀ ਤੇ ਉਹ ਇਸ ਤਰ੍ਹਾਂ ਵੱਡਾ ਸਾਰਾ ਰੋਟ ਜਿਹੜਾ ਉਹ 1.25 ਮਣ ਦਾ, ਉਹਦੇ ਥੱਲੇ ਚੰਗੀ ਅੱਗ ਬਾਲ ਕੇ ਤੇ ਉਹਨੂੰ ਫਿਰ ਪਕਾਇਆ ਜਾਂਦਾ ਸੀ ਤੇ ਪਕਾਉਣ ਤੋਂ ਬਾਅਦ ਫਿਰ ਉੱਤੇ ਗੁੜ ਦਾ ਲੇਪ ਲਾਇਆ ਜਾਂਦਾ ਸੀ ਤੇ ਫਿਰ ਜਿਹੜੇ ਉਹ ਅੱਗੇ ਮੰਨਣ ਵਾਲੇ ਭਰਾਈ ਜਿਹੜੇ ਸਨ ਇਸਲਾਮ ਮਤ ਦੇ, ਜਿਹੜੇ ਕਾਜੀ ਕਹਿ ਲਵੋ, ਉਹ ਫਿਰ ਕੁਝ ਕੁਰਾਨ ਦੀਆਂ ਆਇਤਾਂ ਆਦਿਕ ਪੜ੍ਹ ਕੇ ਫਿਰ ਕੁਝ ਰੋਟ ਆਪਣੇ ਕੋਲ ਰੱਖ ਲੈਂਦੇ ਸਨ, ਬਾਕੀ ਆਪਣੇ ਪਾਸ਼ਕ ਜਿਹੜੇ ਉਹਨਾਂ ਵਿੱਚ ਵੰਡ ਦਿੰਦੇ ਸਨ। ਇਹ ਭਾਈ ਤੀਰਥਾ ਜਿਹੜਾ ਹੈ, ਇਹਨੇ ਸਖੀ ਸਰਵਰ ਉੱਥੇ ਨਿਗਾਹੇ ਪੀਰ ਤੇ ਜਾਣਾ ਹਰ ਵੀਰਵਾਰ ਨੂੰ। ਇੱਕ ਵਾਰ ਇਹਦੇ ਜੀਵਨ ਵਿੱਚ ਘਟਨਾ ਘਟੀ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਨਾਮ ਜਿਹੜਾ ਹੈ ਉਹਨਾਂ ਦਿਨਾਂ ਵਿੱਚ ਇਲਾਕੇ ਵਿੱਚ ਬੜਾ ਪ੍ਰਸਿੱਧ ਸੀ। ਮਹਾਰਾਜ ਦਾ ਪ੍ਰਚਾਰ ਜਿਹੜਾ ਉਹ ਇੰਨਾ ਉੱਚਾ ਸੀ ਕਿ ਹਰ ਇੱਕ ਮਨੁੱਖ ਸੁਣ ਕੇ ਪ੍ਰਭਾਵਿਤ ਹੁੰਦਾ ਸੀ। ਸੁਭਾਵਿਕ ਗੱਲ ਸੀ, ਕਲਯੁਗ ਜਹਾਜ਼ ਸਨ, ਕਲਯੁਗ ਨੂੰ ਤਾਰਨ ਵਾਸਤੇ ਆਏ ਸਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ, ਤੇ ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਇੱਕ ਇੱਕ ਬੋਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਸੀ, ਇਹ ਬਾਣੀ ਕਾ ਬੋਹਿਤਾ ਹੈ, ਭਾਵ ਇਹ ਜਹਾਜ਼ ਹੋਵੇਗਾ। ਤੇ ਵਾਕਈ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਇੱਕ ਇੱਕ ਬੋਲ ਨੂੰ ਸੁਣ ਕੇ ਲੋਕ ਮੰਤਰ ਮੁਗਧ ਹੋ ਜਾਂਦੇ ਸਨ। ਇਹ ਜਿਹੜਾ ਭਾਈ ਤੀਰਥਾ ਸੀ, ਇਹਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਸੁਣੀ ਸੀ। ਇੱਕ ਦਿਨ ਇਹਦਾ ਦਿਲ ਕੀਤਾ ਵੀ ਅੱਜ ਤੱਕ ਸੁਣਿਆ ਬੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਬਾਰੇ, ਪਰ ਕਦੀ ਦਰਸ਼ਨ ਨਹੀਂ ਕੀਤੇ। ਚਲੋ ਅੱਜ ਜਾ ਕੇ ਦਰਸ਼ਨ ਕਰਦੇ ਹਾਂ। ਗੁਰੂ ਪਿਆਰ ਵਾਲਿਓ, ਇਹ ਭਾਈ ਤੀਰਥਾ ਗੁਰੂ ਅਰਜਨ ਦੇਵ ਮਹਾਰਾਜ ਚਰਨਾਂ ਵਿੱਚ ਆਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਜਦੋਂ ਇਹਨੇ ਸਤਸੰਗ ਕੀਤਾ, ਬਾਣੀ ਸੁਣੀ, ਕੀਰਤਨ ਸੁਣਿਆ, ਜਦੋਂ ਇਹਨੇ ਵਿਚਾਰਾਂ ਸੁਣੀਆਂ, ਜਦੋਂ ਇਹਨੇ ਸੇਵਾ ਕਰਦੇ ਸਿੱਖਾਂ ਨੂੰ ਵੇਖਿਆ ਤੇ ਇੰਨਾ ਕੁ ਪ੍ਰਭਾਵਿਤ ਹੋਇਆ, ਇਹਦੇ ਕੋਲ ਰਹਿਣਾ ਹੋਇਆ। ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗਿਆ, ਮੱਥਾ ਟੇਕਿਆ, ਸਤਿਗੁਰੂ ਕਿਰਪਾ ਕਰੋ, ਆ ਇਹੋ ਜੀ ਸਿੱਖੀ ਮੈਨੂੰ ਵੀ ਬਖਸ਼ ਦਿਓ, ਮੇਰੇ ਤੇ ਰਹਿਮਤ ਕਰੋ, ਇਹ ਸਿੱਖੀ ਦੀ ਦਾਤ ਮੈਨੂੰ ਵੀ ਦਿਓ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸੀ, ਭਾਈ ਇਹ ਸਿੱਖੀ ਐਵੇਂ ਨਹੀਂ ਮਿਲਦੀ, ਇਹ ਸਿੱਖੀ ਐਵੇਂ ਨਹੀਂ ਮਿਲਦੀ, ਸਿੱਖੀ ਕਮਾਉਣੀ ਪੈਂਦੀ ਏ, ਸਿੱਖੀ ਉੱਤੇ ਕਦੀ ਸਿੱਖੀ ਟਿਕਿਆ ਨਹੀਂ ਕਰਦੀ। ਤੇ ਹੱਥ ਜੋੜ ਕੇ ਆਖਿਆ, ਮਹਾਰਾਜ ਸਿੱਖੀ ਉੱਤੇ ਸਿੱਖੀ ਨਹੀਂ ਟਿਕ ਸਕਦੀ, ਭਾਵ। ਤੇ ਮਹਾਰਾਜ ਨੇ ਆਖਿਆ, ਜਿਹੜਾ ਪਹਿਲਾਂ ਅੰਦਰ ਤੂੰ ਸਖੀ ਸਰਵਰਾਂ ਦਾ ਕਹਿਣ ਲੱਗੇ ਦਿਲ ਦੇ ਉੱਤੇ ਪੀਰਖਾਨੇ ਦਾ ਪ੍ਰਭਾਵ ਪਾਇਆ, ਪਹਿਲਾਂ ਉਹਨੂੰ ਖਤਮ ਕਰਕੇ ਆ। ਕਿਉਂਕਿ ਉਹਨੇ ਆਪਣੇ ਘਰ ਵਿੱਚ ਵੀ ਬੜਾ ਵੱਡਾ ਪੀਰਖਾਨਾ ਬਣਾਇਆ ਸੀ, ਲੋਕ ਉਹਦੀ ਪੂਜਾ ਕਰਦੇ ਸੀ। ਦੂਜਾ ਉਹ ਚੌਧਰੀ ਵੀ ਸੀ। ਤੇ ਮਹਾਰਾਜ ਨੇ ਆਖਿਆ, ਭਾਈ ਪਹਿਲਾਂ ਤੂੰ ਆ ਜਿਹੜਾ ਅੰਦਰ ਪੀਰਖਾਨਾ ਬਣਾਇਆ, ਪਹਿਲਾਂ ਇਹਨੂੰ ਢਾਹ, ਫਿਰ ਗੁਰੂ ਕੀ ਸਿੱਖੀ ਇਸ ਵਿੱਚ ਟਿਕੇਗੀ। ਹੁਣ ਭਾਈ ਮੰਝ, ਜਿਹੜਾ ਮੰਝ ਗੋਤ ਦਾ ਸੀ ਭਾਈ ਤੀਰਥਾ, ਬਾਅਦ ਵਿੱਚ ਭਾਈ ਮੰਝ ਪ੍ਰਸਿੱਧ ਹੋ ਗਿਆ। ਇਹ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੋਂ ਸਿੱਖਿਆ ਲੈ ਕੇ ਆਪਣੇ ਘਰ ਗਿਆ। ਇਹਨੇ ਕਈ ਫੜੀ, ਸਭ ਤੋਂ ਪਹਿਲਾਂ ਇਹਨੇ ਪੀਰਖਾਨਾ ਢਾਹ ਦਿੱਤਾ।
ਜਦੋਂ ਇਹਨੇ ਪੀਰਖਾਨਾ ਢਾਣਾ ਸ਼ੁਰੂ ਕੀਤਾ ਨਾ, ਤੇ ਕਈ ਜਿਹੜੇ ਪੀਰਖਾਨੇ ਨੂੰ ਮੰਨਣ ਵਾਲੇ ਸਨ ਉਹਨਾਂ ਆਖਿਆ, ਭਾਈ ਤੇਰੀ ਮੱਤ ਨੂੰ ਕੀ ਹੋ ਗਿਆ, ਤੂੰ ਪੀਰ ਦੇ ਨਾਲ ਵਿਗਾੜ ਪਾਉਣ ਲੱਗਾ ਹੈ, ਤੈਨੂੰ ਪਤਾ ਨਹੀਂ ਪੀਰ ਵਿੱਚ ਕਿੰਨੀ ਸ਼ਕਤੀ ਹੁੰਦੀ ਏ। ਇਹਨੇ ਕਹਿ ਲਗੇ ਤੇਰੀਆਂ ਕੁੱਲਾਂ ਉਜਾੜ ਦੇਣੀਆਂ ਨੇ, ਤੈਨੂੰ ਪਤਾ ਨਹੀਂ ਪੀਰ ਕਿੰਨਾ ਤਾਕਤਵਰ ਹੁੰਦਾ ਹੈ, ਤੇ ਜੇ ਤੂੰ ਪੀਰਖਾਨਾ ਢਾਇਆ ਤੇ ਯਾਦ ਰੱਖੀ ਕਿ ਤੇਰਾ ਸਾਰੇ ਦਾ ਸਾਰਾ ਜੀਵਨ ਬਰਬਾਦ ਹੋ ਜਾਵੇਗਾ। ਪਰ ਭਾਈ ਤੀਰਥਾ ਆਖਰ ਹਿਰਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਪਦੇਸ਼ ਦਾ ਤੀਰ ਵੱਜਾ ਸੀ, ਤੇ ਅੰਦਰੋਂ ਫਿਰ ਉਹ ਤੜਫ ਉੱਠੀ ਸੀ ਗੁਰੂ ਦੇ ਮਿਲਾਪ ਲਈ। ਉਹਨੇ ਆਖਿਆ ਮੈਨੂੰ ਕੋਈ ਪਰਵਾਹ ਨਹੀਂ। ਅੱਜ ਵੀ ਵੇਖੋ ਪੰਜਾਬ ਦੇ ਵਿੱਚ ਕਿੰਨੇ ਪੀਰਖਾਨੇ ਪੀਰ ਨੇ, ਇਹਨੇ ਪਾਕਿਸਤਾਨ ਦੇ ਵਿੱਚ ਕਬਰਾਂ ਨਹੀਂ ਹੋਣੀਆਂ ਜਿੰਨੀ ਪੰਜਾਬ ਦੇ ਵਿੱਚ ਪੀਰ ਬਣੇ ਹੋਏ ਨੇ। ਹਰ ਇੱਕ ਪਿੰਡ ਦੇ ਵਿੱਚ 5-5 7-7 ਪੀਰ ਬਣਾਏ ਨੇ, ਤੇ ਕਈ ਸ਼ਰਾਬਾਂ ਚੜਾਉਂਦੇ ਨੇ, ਤੇ ਕਈ ਪੀਰਾਂ ਤੇ ਮੱਥੇ ਟੇਕਦੇ ਨੇ। ਬਾਕੀਆਂ ਦੀ ਗੱਲ ਛੱਡੋ, ਮੁਸਲਮਾਨ ਨਾ ਪੀਰ ਨੂੰ ਪੂਜੇ, ਨਾ ਪੀਰ ਨੂੰ ਮੱਥਾ ਟੇਕੇ, ਨਾ ਪੀਰ ਤੇ ਜਾਵੇ, ਤੇ ਜਾਂਦੇ ਕੌਣ ਨੇ? ਬਹੁਤੇ ਸਿੱਖ, ਬਹੁਤੇ ਹਿੰਦੂ ਵੀਰ, ਤੇ ਮੁਸਲਮਾਨ ਨਾ ਕਬਰਾਂ ਨੂੰ ਮੰਨਦੇ, ਨਾ ਮੜੀਆਂ ਨੂੰ, ਨਾ ਬੁੱਤ ਪ੍ਰਸਤੀ ਨੂੰ ਮੰਨਦੇ ਨੇ। ਮੁਸਲਮਾਨ ਤੇ ਕੇਵਲ ਖੁਦਾ ਨੂੰ ਮੰਨਦੇ ਨੇ। ਤੇ ਸਾਡੇ ਵਾਲੇ ਜਿਨ੍ਹਾਂ ਨੂੰ ਆਖਿਆ ਵੀ ਤੁਸੀਂ ਖੁਦਾ ਨੂੰ ਮੰਨਣਾ, ਜਿਨ੍ਹਾਂ ਨੂੰ ਆਖਿਆ ਵੀ ਤੁਸੀਂ ਇੱਕ ਓਂਕਾਰ ਨੂੰ ਮੰਨਣਾ, ਤੇ ਇੱਕ ਓਂਕਾਰ ਨੂੰ ਛੱਡ ਕੇ ਮੜੀਆਂ ਤੇ ਇਹ ਦਰਖਤਾਂ, ਇਹ ਪਸ਼ੂਆਂ ਦੀ ਪੂਜਾ ਇਹ ਲਾਗੇ ਨੇ ਕਰਨ, ਜਿੱਥੋਂ ਬਾਬੇ ਨਾਨਕ ਨੇ ਕੱਢਿਆ ਸੀ। ਤੇ ਡਰ ਇੰਨਾ ਪੈਦਾ ਕੀਤਾ ਹੋਇਆ ਆ। ਸਾਡੇ ਕਈ ਵਿਚਾਰੇ ਨਹੀਂ ਪੜ੍ਹੇ ਹੋਏ, ਤੇ ਕਈ ਪੜ੍ਹੇ ਹੋਏ ਵੀ ਹੱਥਾਂ ਤੇ ਤਵੀਤਾਂ ਬੰਨ੍ਹ ਕੇ, ਮੁੰਦਰੀਆਂ ਪਾ ਕੇ, ਤੇ ਉਹਨਾਂ ਦੀ ਜੈ ਜੈਕਾਰ ਪੇ ਕਰਦੇ। ਉਹ ਸਵੇਰੇ ਗੁਰਦੁਆਰੇ ਮੱਥਾ ਟੇਕਣਗੇ, ਦੁਪਹਿਰ ਨੂੰ ਫਿਰ ਪੀਰਖਾਨੇ ਬੈਠੇ ਹੋਣਗੇ, ਤੇ ਸ਼ਾਮ ਨੂੰ ਮੰਦਰ ਅੱਗੇ ਮੱਥਾ ਇਸ ਤਰ੍ਹਾਂ ਟੇਕਣਗੇ। ਐਸੇ ਮਨੁੱਖ ਕਿਸੇ ਪਾਸੇ ਨਹੀਂ ਲੱਗ ਸਕਦੇ। ਇਹੋ ਜਿਹਾ ਦਾ ਜੀਵਨ ਜਿਹੜਾ ਹੈ ਨਾ, ਕਿਉਂਕਿ ਬੇੜੀ ਜਿਹੜੀ ਹੈ ਨਾ, ਯਾਦ ਰੱਖਣਾ, ਜੇ ਮਲਾਹ ਚੰਗਾ ਹੈ ਤੇ ਬੇੜੀ ਨੂੰ ਕਿਨਾਰੇ ਤੇ ਲਾ ਦੇਗਾ, ਤੇ ਜੇ ਮਲਾਹ ਚੰਗਾ ਨਹੀਂ ਤੇ ਬੇੜੀ ਨੂੰ ਡੋਬ ਦੇਵੇਗਾ। ਜੇ ਗੁਰੂ ਚੰਗਾ ਹੈ ਤੇ ਯਾਦ ਰੱਖਣਾ, ਗੁਰੂ ਕਦੀ ਤੇਰੇ ਜੀਵਨ ਰੂਪੀ ਬੇੜੀ ਨੂੰ ਡੁੱਬਣ ਨਹੀਂ ਦੇਵੇਗਾ। ਪਰ ਸਿੱਖਾ ਤੈਨੂੰ ਵਿਸ਼ਵਾਸ। ਹੁਣ ਉਹਨੇ ਜਦੋਂ ਪੀਰਖਾਨਾ ਢਾਇਆ ਨਾ, ਤੇ ਲੋਕਾਂ ਵਿੱਚ ਹਾਹਾਕਾਰ ਮਚ ਗਈ। ਕਹਿ ਲਗੇ ਚੌਧਰੀ ਨੂੰ ਹੋ ਕੀ ਗਿਆ, ਨੇ ਪੀਰਖਾਨਾ ਢਾ ਦਿੱਤਾ। ਕਹਿ ਲਗੇ ਤੈਨੂੰ ਸ਼ਰਾਪ ਲੱਗੇਗਾ, ਤੇਰਾ ਜੀਵਨ ਬਰਬਾਦ ਹੋ ਜਾਵੇਗਾ। ਉਹਨੇ ਆਖਿਆ ਕੋਈ ਗੱਲ ਨਹੀਂ, ਗੁਰੂ ਮੇਰੇ ਨਾਲ ਹੈ, ਗੁਰੂ ਮੇਰਾ ਸੰਗ ਸਦਾ ਹੈ ਨਾਲ। ਉਹ ਕਹਿਣ ਲੱਗਾ ਗੁਰੂ ਮੇਰੇ ਨਾਲ ਹੈ। ਜਦੋਂ ਗੁਰੂ ਨਾਲ ਹੈ ਫਿਰ ਕੋਈ ਪਰਵਾਹ ਨਹੀਂ। ਜੇ ਗੁਰੂ ਨੇ ਰਹਿਮਤ ਕੀਤੀ ਹੈ ਨਾ, ਜੇ ਗੁਰੂ ਨੇ ਬਾਂਹ ਫੜ ਲਈ ਹੈ ਨਾ, ਤੇ ਫਿਰ ਜੇ ਜੀਵਨ ਬਰਬਾਦ ਵੀ ਹੋ ਗਿਆ ਤੇ ਕੋਈ ਗੱਲ ਨਹੀਂ। ਜੇ ਬਰਬਾਦ ਹੋਵੇਗਾ, ਗੁਰੂ ਬੈਠਾ ਆਬਾਦ ਕਰਨ ਵਾਲਾ, ਗੁਰੂ ਸਮਰੱਥ ਹੈ ਮੇਰਾ। ਗੁਰੂ ਤੇ ਇੰਨਾ ਵਿਸ਼ਵਾਸ, ਕੇਵਲ ਇੱਕ ਵਾਰ ਸੰਗਤ ਕੀਤੀ ਗੁਰੂ ਦੀ, ਕੇਵਲ ਇੱਕ ਵਾਰ ਦਰਸ਼ਨ ਕੀਤੇ ਨੇ, ਇੱਕ ਵਾਰ ਕੀਰਤਨ ਸੁਣਿਆ, ਇੱਕ ਵਾਰ ਕਥਾ ਸੁਣੀਏ, ਇੱਕ ਵਾਰ ਸੇਵਾ ਕਰਦਿਆਂ ਵੇਖਿਆ, ਅਜੇ ਕੀਤੀ ਨਹੀਂ। ਤੇ ਜੀਵਨ ਤੇ ਇੰਨਾ ਪ੍ਰਭਾਵ ਪਿਆ, ਪੀਰਖਾਨਾ ਢਾ ਕੇ ਉਹ ਮਾਰਿਆ, ਤੇ ਨਾਲ ਆਖਿਆ ਕਹਿ ਲਗੇ ਅੱਜ ਤੋਂ ਬਾਅਦ ਇਹ ਜੀਵਨ ਗੁਰੂ ਦੇ ਲੇਖੇ ਹੈ, ਜੋ ਮਰਜ਼ੀ ਹੋ ਜਾਵੇ। ਗੁਰੂ ਪਿਆਰ ਵਾਲਿਓ, ਗੁਰੂ ਤੋਂ ਪਹਿਲਾਂ ਜਿਹੜਾ ਭਾਈ ਤੀਰਥਾ ਲੋਕਾਂ ਨੂੰ ਇਹ ਆਖਦਾ ਸੀ ਵੀ ਸਖੀ ਸਰਵਰ ਨੂੰ ਮੰਨੋ, ਜਿਹੜਾ ਇਹ ਆਖਦਾ ਸੀ ਪੀਰਖਾਨੇ ਪੂਜੋ, ਜਿਹੜਾ ਇਹ ਆਖਦਾ ਸੀ ਪੀਰਖਾਨੇ ਜਾ ਕੇ ਰੋਟ ਚੜਾਓ, ਹੁਣ ਉਹ ਹੀ ਆਖਦਾ ਨਹੀਂ ਭਾਈ, ਗੁਰੂ ਤੋਂ ਬਿਨਾਂ ਦੁਨੀਆ ਵਿੱਚ ਹੋਰ ਕੋਈ ਪੀਰਖਾਨਾ ਨਹੀਂ ਜਿਹੜਾ ਮਾਲਕ ਦੇ ਦਰ ਤੇ ਪ੍ਰਵਾਨ ਕਰ ਸਕਦਾ ਹੋਵੇ, ਕੋਈ ਨਹੀਂ। ਹੁਣ ਸੁਭਾਵਿਕ ਗੱਲ ਹੈ, ਜਦੋਂ ਪੀਰਖਾਨਾ ਢਾ ਦਿੱਤਾ ਪਰ ਹਿਰਦੇ ਵਿੱਚ ਗੁਰੂ ਗੁਰੂ ਜਪਣ ਲੱਗੇ, ਤੇ ਖੇਡ ਐਸੀ ਵਰਤੀ। ਕਈ ਵਾਰੀ ਨਾ ਸਮਾਂ ਇਹੋ ਜਿਹਾ ਹੁੰਦਾ ਬੰਦੇ ਦੇ ਜੀਵਨ ਵਿੱਚ, ਕੁਝ ਘਟਨਾਵਾਂ ਹੋ ਜਾਂਦੀਆਂ ਨੇ, ਤੇ ਜਿਹੜੀਆਂ ਮੱਝਾਂ ਰੱਖੀਆਂ ਸਨ ਨਾ ਗਾਈਆਂ, ਉਹ ਮਰਨੀਆਂ ਸ਼ੁਰੂ ਹੋ ਗਈਆਂ। ਉਹ ਜਦੋਂ ਮਰਨੀਆਂ ਸ਼ੁਰੂ ਹੋਈਆਂ, ਤੇ ਕਈ ਜਿਹੜੇ ਵਿੱਚ ਹੈਗੇ ਸਨ ਉਹ ਆਖਦੇ ਵੇਖਿਆ ਲੈ ਅਸੀਂ ਤਾਂ ਪਹਿਲਾਂ ਹੀ ਆਖਿਆ ਸੀ ਪੀਰਖਾਨਾ ਨਾ ਢਾ, ਪੀਰ ਦਾ ਸ਼ਰਾਫ ਲੱਗ ਗਿਆ। ਕਹਿੰਦੇ ਅਸੀਂ ਤਾਂ ਪਹਿਲਾਂ ਆਖਿਆ ਸੀ। ਪਰ ਉਹ ਗੁਰੂ ਕਾ ਸਿੱਖ ਸੀ, ਅੰਦਰੋਂ ਅਡੋਲ ਰਿਹਾ। ਕਹਿਣ ਲੱਗੇ ਨਹੀਂ, ਕੋਈ ਗੁਰੂ ਦੀ ਖੇਡ ਹੋਵੇਗੀ। ਆਖਰ ਇਲਾਕੇ ਵਾਲਿਆਂ ਨੇ ਚੌਧਰੀ ਵਾਲੀ ਜਿਹੜੀ ਪੋਸਟ ਮਿਲੀ ਸੀ ਨਾ, ਜਿਹੜਾ ਅਹੁਦਾ ਮਿਲਿਆ ਸੀ, ਉਹ ਵੀ ਖੋਹ ਲਿਆ। ਕਹਿਣ ਲੱਗੇ ਹੁਣ ਤੂੰ ਚੌਧਰੀ ਨਹੀਂ ਰਿਹਾ, ਜਾ ਤੂੰ ਉਸੇ ਗੁਰੂ ਕੋਲ ਜਿਸ ਗੁਰੂ ਦੇ ਗੁਣ ਗਾਉਣਾ ਹੈ। ਵੇਖਦੇ ਆ ਤੇਰਾ ਗੁਰੂ ਕਹਿਣ ਲੱਗੇ ਕਿੰਨਾ ਕੁ ਸਮਰੱਥ।
जिंदे तू हर वेले गुण गांदा रही ना, वेने किन्ना को वड्डा समर्थ है। आ वेख पीर खाने करके तू चौधरी बनया, पीर खाने करके तेरा इलाके विच नां किन्ना सी, अज तेरे कोलों चौधरी पुणा भी खो लिया ते तेरा जीवन वेख किहो जिहा। आखिर घर दे विच इन्नी तंगी आ गई, इन्नी मुश्किल आ गई कि घर वाली लोकां दे घर विच जाके काम करदी, एक बच्ची भी सी नाल, बच्ची भी जांदी है घर विच काम करदी है, फिर पैसे मिलते ने, फिर घर विच रोटी पकदी है। पर गुरु के सिख ने अंदरों गुरु दा प्यार नहीं छड्डिया, गुरु गुरु जपदा रहा। आखिर गुरु अर्जुन दे महाराज पातशाह जी दे चरनां विच आ गया। हुण इत्थे आके नित गुरु दे चरनां विच सेवा लगा करन। रोज़ जंगल विच जांदा है, लकड़ां लैके आउंदा है। वेखो सिੱਖੀ ਐਵੇਂ नहीं जे मिलदी। आपां कह दिंदे आ भी मैं सिੱਖ हाँ, पर सिੱਖ बनना बड़ा औखा जी, कह देना बड़ा सौखा है, सिੱਖੀ कमाउणी बड़ी औखी है। हुण ये गुरु का प्यारा भाई तीरथा जंगलों में जावे तो लकड़ां लैके आवे तो उन्हां लकड़ां नाल गुरु के लंगर तैयार हुंदे सन। एक दिन गुरु अर्जुन दे महाराज पातशाह जी ने भाई तीरथे नूं कोल बुला के, भाई मंझ नूं कोल बुला के आखिया भी भाई लंगर ते तू छकदा है ते करदा की है? आखे महाराज मैं लकड़ां दी सेवा करदा, भी लकड़ां सुक्कियां जंगल विचों लियाउणा वा ते उन्हां लकड़ां नाल लंगर तैयार हुंदा है। महाराज कहण लगे ये काम तां मजदूरी वाला हो गया, फिर ये ते मजदूरी वाला काम हो गया ना, भी जिवें कोई बंदा मजदूरी करे तो शाम नूं उहनूं फिर दिहाड़ी मिलदी है कि नहीं, भी सारा दिन बंदा काम करे शाम नूं फिर मालक नूं दिहाड़ी दिंदा है। महाराज कह लगे ते मजदूरी वाला काम हो गया। भाई तेरे जीवन विच वाधा की होया वा, तू की कमाया वा? और सच जानना अज बहुत सारे साडे धर्म प्रचारक, मैं तो उन्होंने भी कहना होना, साडे ज्ञानी जी अक्सर एक गल क्या करते होंदे सन, भाई जिहड़ी सेवा आपां गुरु नानक दे दर ते करदे आ, मान लो कीर्तन करदे आ, कथा करदे आ, आपां बाणी पढ़दे आ, ये तां वेखो आपां महीने बाद सानूं तनख्वाह मिल जांदी है, पर साडे जीवन विच वाधा की हुंदा है? तो उन्हें खास तौर पर एक हिदायत की सी, कह लगे भाई एक जपजी साहब घट्टो घट जिहड़ा नितनेम करना है गुरु घर तो करना ही करना है, पर उस तो अलहदा होवे एक जपजी साहब जरूर करया करो, ये कोशिश करया करो। क्योंकि जेड़ा आपां गुरु घर मान लो भी आपां सेवा की, फिर लंगर भी छक के ते घरां नूं तुर गए, तो वो तो फिर काम बराबर हो गया ना। तो वाधा की होया, कमाया की असीं? सतगुरु सच्चे पातशाह जी ने आख्या भाई मंझ नूं भी ये तो मजदूर भी काम करदा, सवेरे करदा शामी दिहाड़ी मिल जाती है, तो तेरे जीवन में वाधा की हो रहा है? अगले दिन भाई मंझ दो पंडां लकड़ां दियां लैके आवे, एक जिंदे नाल लंगर तैयार होवे ते दूजी पंड वेच के जो माया मिलदी सी उहदे नाल गुरु घर दे विच सेवा करया करे ते फिर वो भोजन छकिया करे। वेखो गुरु जीवन किवें बदलदा है। हुण भाई तीरथा रोज़ जांदा है ते 2 चक्कर लाउंदा है। एक दिन की होया, कुदरत की खेड वरती, जदों लकड़ां लैके आ रहे सन ते हनेरी बड़ी तेज चल रही सी ते राह भटक गए। हुण लकड़ां चुकियां ने सिर उत्ते ते इतिहासकार लिखते हैं भी राह विच खूह आया तो खूह विच डिग गए। खूह को बहुता डूंगा नहीं सी, जदों खूह विच डिगे तो पानी भी सी। हुण इत्थों कहण लगे ढिड तक इत्थों पानी आया होया, पर सिर ते लकड़ां सिदकी सिख ने चुकियां होईयां ते मुख तो गुरु गुरु जपदा पिया। ते जिहड़ा जिमीदार सी ना, किते वट बन्ना वेखण आया होना अपना, उन्हें वेख्या भी आवाज़ खूह चों आउंदी, झाती मारी, उन्हें वेख्या ते भाई मंझ भी हुण जिहड़ा रोज़ कोई काम करदा होवे, साडे अखां दे सामने लंघदा होवे, सानूं पता लग जांदा भी कौन है। उन्हें आखे तो भाई मंझ, उन्हें आवाज़ मारी, पर वो कढ़े किवें? वो दौड़ के गया, जाके सिखां नूं दस्सिया भी भाई मंझ खूह विच डिग गया। तो वेखो हुण गुरु जिहड़ा है ना, वो कितना समर्थ, जे गुरु नाल प्यार बन जाए। जे तो कोई हुंदा पीर खाने वाला गुरु,
ਉਹਨੇ 2-4 ਚੇਲੇ ਘੱਲਣੇ ਸਨ, ਜਾਓ ਵੀ ਜਾ ਕੱਢ ਆਓ, ਤੇ ਜਾਂ ਉਹਨੇ ਕਹਿਣਾ ਪਿਆਰ ਰਹਿਣ ਤੋਂ ਆਪੇ ਨਿਕਲ ਜਾਏਗਾ। ਜੇ ਤੇ ਹੁੰਦਾ ਬਣਾਉਟੀ ਨਕਲੀ ਗੁਰੂ, ਉਹਨੇ ਘੱਲੇ ਸਨ 2-4 ਚੇਲੇ ਵੀ ਜਾਓ ਜਾ ਕੱਢ ਆਓ, ਤੇ ਜੇ ਨਹੀਂ ਤੇ ਰਹਿਣ ਦਿਓ ਵਿੱਚੇ। ਆਪਾਂ ਕੋਲ ਕਿਹੜਾ ਚੇਲਿਆਂ ਦੀ ਘਾਟ ਹੈ। ਪਰ ਇਹ ਕੋਈ ਆਮ ਗੁਰੂ ਨਹੀਂ ਸੀ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਲਯੁਗ ਜਹਾਜ਼ ਸਨ। ਆਪ ਉੱਠੇ, ਚੱਲ ਗਏ, ਚਲੋ ਭਾਈ ਸਿੱਖੋ ਜਾ ਕੇ ਸਿੱਖ ਨੂੰ ਕੱਢੀਏ। ਸਿੱਖ ਨਾਲ ਪਿਆਰ ਸੀ। ਗੁਰੂ ਅਰਜਨ ਦੇਵ ਮਹਾਰਾਜ ਆਪ ਗਏ, ਜਾ ਕੇ ਖੂਹ ਤੇ ਆਵਾਜ਼ ਮਾਰੀ, ਕਹਿ ਲਗੇ ਭਲਿਆ ਪੁਰਖਾ ਲੱਕੜਾਂ ਸੁੱਟ ਦੇ ਤੇ ਬਾਹਰ ਆ ਜਾ। ਕਹਿ ਲਗਾ ਸਤਿਗੁਰ ਨਹੀਂ, ਮੈਂ ਭਿੱਜ ਜਾਵਾਂ ਤੇ ਕੋਈ ਗੱਲ ਨਹੀਂ, ਪਰ ਜੇ ਲੱਕੜਾਂ ਭਿੱਜ ਗਈਆਂ ਤੇ ਮਹਾਰਾਜ ਲੰਗਰ ਨਹੀਂ ਜੇ ਤਿਆਰ ਹੋਣਾ। ਮੇਰੇ ਭਿੱਜਣ ਨਾਲ ਕੋਈ ਨੁਕਸਾਨ ਨਹੀਂ, ਪਰ ਲੱਕੜਾਂ ਦੇ ਭਿੱਜਣ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਣਾ। ਮਹਾਰਾਜ ਪਹਿਲਾਂ ਲੱਕੜਾਂ ਬਾਹਰ ਕੱਢੋ। ਪਹਿਲਾਂ ਲੱਕੜਾਂ ਬਾਹਰ ਕੱਢੀਆਂ, ਫਿਰ ਉਸ ਗੁਰੂ ਕੇ ਸਿੱਖ ਨੂੰ ਬਾਹਰ ਰੱਸੇ ਦੇ ਨਾਲ ਬਾਹਰ ਕੱਢਿਆ। ਤੇ ਜਦੋਂ ਬਾਹਰ ਕੱਢਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤਰੁੱਠ ਕੇ ਕਹਿਣ ਲੱਗੇ, ਮੰਝ ਅੱਜ ਗੁਰੂ ਤੇਰੇ ਤੇ ਬੜਾ ਤਰੁੱਠਿਆ, ਦੱਸ ਕੀ ਚਾਹੀਦਾ? ਤੇਰੀ ਸੇਵਾ ਬੜੀ ਸਫਲੀ ਹੋ ਗਈ, ਦੱਸ ਤੈਨੂੰ ਕੀ ਚਾਹੀਦਾ? ਤੇ ਅੱਗੋਂ ਕਹਿਣ ਲੱਗਾ, ਸਤਿਗੁਰੂ ਜੇ ਕਿਰਪਾ ਲੱਗੇ ਜੇ ਕਰਨ, ਰਹਿਮਤ ਕਰਨ ਲੱਗੇ ਜੇ ਤੇ ਰਹਿਮਤ ਕਰਿਓ, ਇਹ ਸੇਵਾ ਮੈਂ ਸਾਰੀ ਜ਼ਿੰਦਗੀ ਕਰਦਾ ਰਵਾਂ। ਮਹਾਰਾਜ ਕਹਿਣ ਲੱਗੇ ਉਹ ਤੇ ਤੂੰ ਕਰਨੀ ਹੈ, ਹੋਰ ਕੁਝ ਮੰਗ। ਮਹਾਰਾਜ ਕਿਰਪਾ ਕਰਿਓ, ਮੈਨੂੰ ਸਿਦਕ ਬਖਸ਼ੋ। ਸਿਦਕ ਆ ਬੜੀ ਵੱਡੀ ਚੀਜ਼ ਮੰਗੀ ਹੈ, ਮੈਨੂੰ ਸਿਦਕ ਬਖਸ਼ੋ। ਮਹਾਰਾਜ ਕਹਿਣ ਲੱਗੇ ਤੇ ਮਿਲੇਗਾ, ਹੋਰ ਮੰਗ। ਮਹਾਰਾਜ ਜੇ ਤਰੁੱਠੇ ਹੋ ਆਪਣੇ ਚਰਨਾਂ ਨਾਲ ਸਦਾ ਹੀ ਜੋੜ ਕੇ ਰੱਖਿਓ, ਤੁਹਾਡੇ ਚਰਨਾਂ ਤੋਂ ਟੁੱਟਾ ਨਾ। ਮਹਾਰਾਜ ਨੇ ਤਰੁੱਠ ਕੇ ਐਸੀ ਰਹਿਮਤ ਕੀਤੀ, ਇੱਕ ਬਚਨ ਕੀਤਾ। ਵੇਖੋ ਕਿੱਡੀ ਵੱਡੀ ਗੱਲ ਹੈ ਗੁਰੂ ਪਿਆਰ ਵਾਲਿਓ। ਬਾਣੀ ਵਿੱਚ ਭੱਟਾਂ ਨੇ ਕਹਿ ਦਿੱਤਾ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸਿਸ਼ਟ ਲਗ ਬਿਤਰੋ। ਜੇ ਸਾਰੀ ਸ੍ਰਿਸ਼ਟੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਵੇ ਤੇ ਉਹ ਸੰਸਾਰ ਸਾਗਰ ਨੂੰ ਤਰ ਸਕਦੀ ਏ। ਏਡਾ ਵੱਡਾ ਜਹਾਜ਼ ਗੁਰੂ ਅਰਜਨ ਦੇਵ ਹੈ। ਦੁਨੀਆ ਦੇ ਜਹਾਜ਼ ਨੇ, ਉਹਨਾਂ ਵਿੱਚ ਸੀਟਾਂ ਲਿਮਟ ਦੀਆਂ ਹੁੰਦੀਆਂ ਨੇ। ਉਹ ਆਖਦੇ ਵੀ ਕੋਈ 100 ਸਵਾਰੀ 200 ਸਵਾਰੀ 400 ਸਵਾਰੀ ਬਹਿ ਸਕਦੀ ਏ, ਪਰ ਗੁਰੂ ਅਰਜਨ ਦੇਵ ਮਹਾਰਾਜ ਏਡੇ ਵੱਡੇ ਜਹਾਜ਼ ਨੇ, ਸਾਰੀ ਕਾਇਨਾਤ ਜੇ ਸਵਾਰ ਹੋ ਜਾਵੇ ਤੇ ਗੁਰੂ ਅਰਜਨ ਦੇਵ ਜੀ ਬੰਨੇ ਲਾ ਦੇਣਗੇ। ਹੁਣ ਉਹ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਬਚਨ ਆਖਿਆ, ਸਿੱਖ ਦੀ ਕਮਾਈ ਵੱਲ ਵੇਖ ਕੇ ਤੇ ਬਚਨ ਕੀਤਾ। ਕਹਿਣ ਲੱਗੇ, ਮੰਝ ਤੂੰ ਇੰਨਾ ਜੀਵਨ ਉੱਚਾ ਹੈ ਤੇਰਾ, ਤੂੰ ਇੰਨੇ ਕਮਾਈ ਕੀਤੀ ਜੀਵਨ ਦੇ ਵਿੱਚ, ਤੂੰ ਪਰਵਾਹ ਨਹੀਂ ਕੀਤੀ ਲੋਕਾਂ ਦੀ ਲੋਕ ਲਾਜ ਦੀ। ਤੂੰ ਪੀਰਖਾਨਾ ਢਾ ਦਿੱਤਾ, ਤੇਰਾ ਘਰ ਬਿਲਕੁਲ ਬਰਬਾਦ ਹੋ ਗਿਆ, ਪਰ ਤੂੰ ਆਪਣੇ ਹਿਰਦੇ ਵਿੱਚੋਂ ਗੁਰੂ ਦਾ ਨਾਮ ਨਹੀਂ ਕੱਢਿਆ। ਕਹਿਣ ਲੱਗੇ, ਤੂੰ ਮੰਝ ਗੁਰੂ ਦਾ ਪਿਆਰਾ ਹੈ। ਮੰਝ ਗੁਰੂ ਪਿਆਰਾ। ਕਹਿਣ ਲੱਗੇ, ਤੂੰ ਗੁਰੂ ਨੂੰ ਬੜਾ ਹੀ ਪਿਆਰਾ ਹੈ। ਮੰਝ ਪਿਆਰਾ ਗੁਰੂ को, गुरु मंझ प्यारा, मंझ गुरु का बहुत था। किड्डी वड्डी गल की गुरु अर्जन देव जी ने कि तू गुरु तो लोगों वास्ते जहाज है, पर मंझ अज तू गुरु वास्ते भी जहाज बन गया है। किड्डी वड्डी गल है। मंझ गुरु का बहुता जग लंघणहारा। तेरे जीवन नूं वेख के बड़े सारे सिख कह लगे इस भवजल नूं तर जाणगे। ਵੇਖੋ ਜੀਵਨ ਗੁਰੂ ਤੋਂ ਪਹਿਲਾਂ ਕੀ ਸੀ ਤੇ ਜਿੱਦਣ ਗੁਰੂ ਦੇ ਚਰਨਾਂ ਵਿੱਚ ਆਇਆ ਤੇ ਉਦਣ ਕੀ ਜੀਵਨ ਬਣ ਗਿਆ। ਗੁਰੂ ਨੇ ਆਪਣੇ ਸੀਨੇ ਨਾਲ ਲਾ ਲਿਆ, ਇੰਨਾ ਪਿਆਰ ਦਿੱਤਾ। ਉਹੀ ਫਿਰ ਕੰਗਮਾਈ ਨਗਰ ਵਿੱਚ ਜਾ ਕੇ ਪਹਿਲਾਂ ਇਸਲਾਮ ਮਤ ਦਾ ਪ੍ਰਚਾਰ ਕਰਦੇ ਸਨ, ਹੁਣ ਗੁਰਮਤ ਦਾ ਪ੍ਰਚਾਰ ਲੱਗੇ ਕਰਨ। ਤੇ ਇਤਿਹਾਸਕਾਰ ਲਿਖਦੇ ਨੇ, ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਕ ਵਾਰ ਹੁਸ਼ਿਆਰਪੁਰ ਜਦੋਂ ਗਏ ਸਨ ਤੇ ਉਦੋਂ ਪਿੰਡ ਕੰਗਮਾਈ ਵੀ ਗਏ ਸਨ ਤੇ ਜਾ ਕੇ ਵੇਖਿਆ ਸੀ ਭਾਈ ਮੰਝ ਦਾ ਘਰ, ਜਿੱਥੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਸਿੱਖੀ ਹੈ ਉਹ ਇਸ ਤਰ੍ਹਾਂ ਪ੍ਰਫੁੱਲਤ ਹੋਈ ਪਈ ਸੀ ਤੇ ਲੋਕ ਆ ਕੇ ਭਾਈ ਮੰਝ ਦੇ ਚਰਨਾਂ ਵਿੱਚ ਬੈਠ ਕੇ ਸਿੱਖੀ ਦੀਆਂ ਵਿਚਾਰਾਂ ਸੁਣਿਆ ਕਰਦੇ ਸੀ। ਹੁਣ ਜਦੋਂ ਇੱਕ ਇੰਨਾ ਵੱਡਾ ਪ੍ਰਚਾਰਕ ਗੁਰੂ ਅਰਜਨ ਦੇਵ ਮਹਾਰਾਜ ਚਰਨਾਂ ਨਾਲ ਜੁੜਿਆ ਹੋਵੇ ਤੇ ਸੁਭਾਵਿਕ ਗੱਲ ਸੀ ਜਿਹੜੇ ਦੂਜੇ ਵੀ ਸਖੀ ਸਰਵਰ ਨੂੰ ਮੰਨਣ ਵਾਲੇ ਸਨ ਉਹ ਵੀ ਫਿਰ ਗੁਰੂ ਅਰਜਨ ਦੇਵ ਜੀ ਚਰਨਾਂ ਨਾਲ ਆ ਕੇ ਜੁੜ ਗਏ। ਸੋ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਆਦੇ ਨੇ, ਜਿਨ ਕੋ ਤਖਤ ਮਿਲੈ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ। ਗੁਰੂ ਉਹਨਾਂ ਨੂੰ ਸ੍ਰੇਸ਼ਟ ਬਣਾ ਦਿੰਦਾ ਹੈ, ਮਹਾਨ ਬਣਾ ਦਿੰਦਾ, ਉਹਨਾਂ ਦਾ ਜੀਵਨ ਉੱਚਾ ਕਰ ਦਿੰਦਾ ਹੈ। ਪਾਰਸ ਭੇਟ ਭਏ ਸੇ ਪਾਰਸ। ਕਹਿਣ ਲੱਗੇ
ਪਾਰਸ ਕਿਸੇ ਧਾਤ ਨੂੰ ਲੱਗ ਜਾਵੇ ਤੇ ਉਹ ਸੋਨਾ ਹੋ ਜਾਂਦਾ ਹੈ, ਪਰ ਜੇ ਪਾਰਸ ਨਾਲ ਹੀ ਮਿਲ ਜਾਵੇ, ਪਾਰਸ ਭੇਟ ਪਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ, ਭਾਈ ਫਿਰ ਉਹ ਤਾਂ ਗੁਰੂ ਦੇ ਚਰਨਾਂ ਨਾਲ ਸਦੀਵ ਅੰਗ ਸੰਗ ਜੁੜ ਜਾਂਦਾ ਹੈ ਤੇ ਗੁਰੂ ਉਹਦੇ ਨਾਲ ਵਿਚਰਦਾ ਹੈ। ਮਹਾਰਾਜ ਕਿਰਪਾ ਕਰਨ। ਗੁਰੂ ਪਿਆਰ ਵਾਲਿਓ, ਗੁਰੂ ਦੀਆਂ ਰਹਿਮਤਾਂ ਬੇਅੰਤ ਨੇ, ਬਖਸ਼ਿਸ਼ਾਂ ਬੇਅੰਤ ਨੇ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਗੁਰਦੇਵ ਪਾਤਸ਼ਾਹ ਜੀਓ ਆਪਣੇ ਚਰਨਾਂ ਨਾਲ ਜੁੜ ਕੇ ਰੱਖੋ। ਜਿੱਥੇ ਵੀ ਰਹੀਏ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ। ਗੁਰੂ ਦਾ ਪਿਆਰ, ਗੁਰੂ ਦਾ ਭਰੋਸਾ, ਸਿਦਕ, ਸੰਤੋਖ, ਧਰਮ, ਗਿਆਨ ਇਹ ਸਾਡੇ ਜੀਵਨ ਵਿੱਚ ਹੋਵੇ, ਤਾਂ ਹੀ ਸਾਡੇ ਇਹ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।